जैसा ਇਹ ਦਰਸ਼ਨ ਸਿੰਘ ਨਾਲ ਕਟਿਆ ਹੈ ਨਾ, ਐਸਾ ਬਹੁਤਿਆਂ ਦੇ ਨਾਲ ਘਟਦਾ ਹੈ। ਇਸ ਕਰਕੇ ਇਹ ਜੋ ਲਿਖਿਆ ਹੈ ਨਾ, ਤੇ ਬਹੁਤਿਆਂ ਦੇ ਸਮਝਣ ਯੋਗ ਹੈ। ਕਿਉਂਕਿ ਜਿਹੜੀ ਘਟਨਾ ਜ਼ਿਆਦਿਆਂ ਦੇ ਜੀਵਨ ਵਿੱਚ ਘਟਦੀ ਹੈ, ਉਹ ਜ਼ਿਆਦਾ ਸਮਝਣ ਯੋਗ ਹੁੰਦੀ ਹੈ। ਸਾਰਿਆਂ ਦੇ ਜੀਵਨ ਵਿੱਚ ਤਾਂ ਨਹੀਂ ਘਟੇਗੀ, ਪਰ ਜ਼ਿਆਦਿਆਂ ਦੇ। ਇਹਨਾਂ ਨੇ ਲਿਖਿਆ ਹੈ, ਸਤਿ ਸ੍ਰੀ ਅਕਾਲ ਬਾਬਾ ਜੀ, ਮੈਂ ਆਪ ਜੀ ਤੋਂ ਸਰੀਰ ਕਰਕੇ ਬਹੁਤ ਦੂਰ ਹਾਂ ਜੀ, ਪਰ ਆਪਣੇ ਮਨ ਦੀ ਹਾਲਤ ਦੱਸਣੀ ਚਾਹੁੰਦਾ ਹਾਂ। ਮੈਂ 30 ਸਾਲਾਂ ਤੋਂ ਰੱਬ ਵਾਲੇ ਪਾਸੇ ਬਹੁਤ ਪਿਆਸ ਉੱਠੀ। ਸਾਰੀ ਰਾਤ ਤੇ ਦਿਨ ਬਾਣੀ ਪੜ੍ਹਦਾ, ਕਥਾ ਕੀਰਤਨ ਸੁਣਦਾ, ਫਿਰ ਟਕਸਾਲ ਧਰਮਾਂ ਵਾਲੇ ਪਾਸੇ ਹੋਰ ਸਾਰੇ ਸਭ ਕੁਝ ਕਰਕੇ ਦੇਖ ਲਿਆ, ਪਰ ਮਿਲਿਆ ਕੁਝ ਨਾ। ਜਦੋਂ ਆਦਮੀ ਸਭ ਕੁਝ ਕਰਕੇ ਦੇਖ ਲੈਂਦਾ ਹੈ ਨਾ, ਤੇ ਕੁਝ ਨਹੀਂ ਮਿਲਦਾ, ਫਿਰ ਹੀ ਉਹ ਵਾਸਤਵਿਕ ਧਰਮ ਵਿੱਚ ਆਉਂਦਾ ਹੈ। ਵਾਸਤਵਿਕ ਧਰਮ ਵਾਲੇ ਪਾਸੇ ਆਉਂਦਾ ਹੈ। ਜਦੋਂ ਕਹਿੰਦਾ ਮੈਂ ਸਭ ਕੁਝ ਕਰਕੇ ਦੇਖ ਲਿਆ, ਧਾਰਮਿਕ ਕਰਮ ਟਕਸਾਲਾਂ ਦੇ ਵਿੱਚ ਵੀ ਰਹਿ ਲਏ, ਬਾਣੀ ਵੀ ਪੜ੍ਹ ਲਈ, ਪਾਠ ਵੀ ਕਰ ਲਿਆ, ਫਿਰ ਜਦੋਂ ਕੁਝ ਨਹੀਂ ਮਿਲਿਆ, ਫਿਰ ਕੀ ਹੋਇਆ? ਸਭ ਕੁਝ ਛੱਡ ਦਿੱਤਾ, ਕਕਾਰ ਵੀ ਲਾ ਦਿੱਤੇ, ਬਾਣੀ ਪੜ੍ਹਨੀ ਵੀ ਛੱਡ ਦਿੱਤੀ। ਫਿਰ ਆਪ ਜੀ ਅਚਾਨਕ ਹੀ ਆ ਕੇ ਬਾਂਹ ਫੜ ਲਈ। ਮੇਰੇ ਇੱਕ ਪਿਆਰੇ ਦੋਸਤ ਨੇ ਆਪ ਜੀ 2 ਰਿਕਾਰਡਾਂ ਭੇਜੀਆਂ। ਮੈਂ ਬਾਰ-ਬਾਰ ਸੁਣਦਾ ਰਿਹਾ, ਫਿਰ ਗਰੁੱਪ ਅੰਦਰ ਐਡ ਹੋ ਗਿਆ। ਹੁਣ ਆਪ ਜੀ ਨੂੰ ਸੁਣ ਕੇ ਆਪ ਜੀ ਦੀ ਕਿਰਪਾ ਸਦਕਾ ਜਦ ਬੈਠਦਾ ਹਾਂ ਤਾਂ ਦਿਲ ਦੀ ਧੜਕਣ ਸੁਣਦੀ ਹੈ ਅਤੇ ਹੌਲੀ ਹੋ ਜਾਂਦੀ। ਫਿਰ ਸਭ ਕੁਝ ਟਿਕ ਜਾਂਦਾ ਹੈ। ਅੱਖਾਂ ਖੋਲ੍ਹ ਕੇ ਹੋਰ ਵੀ ਟਿਕਾ ਬਣਦਾ ਹੈ ਕਿ ਇਹ ਠੀਕ ਹੋ ਰਿਹਾ ਹੈ, ਕਿਰਪਾ ਕਰ। ਹੁਣ ਤੁਸੀਂ ਵਾਸਤਵਿਕ ਧਰਮ ਵਾਲੇ ਪਾਸੇ ਆ ਰਹੇ ਹੋ।
ਪਹਿਲਾਂ ਤਾਂ ਜੋ ਇਹਨਾਂ ਨੇ ਉੱਪਰ ਦੱਸਿਆ ਹੈ ਉਹ ਬਹੁਤ ਜ਼ਰੂਰੀ ਹੈ ਖਿਆਲ ਵਿੱਚ ਲੈਣਾ। ਜਿਵੇਂ ਅਕਸਰ ਮੈਂ ਬਹੁਤ ਵਾਰਾਂ ਕਿਹਾ ਹੈ ਕਿ ਜਿੰਨਾ ਚਿਰ ਸੰਸਾਰ ਨੂੰ ਤੁਸੀਂ ਜਾਣ ਨਾ ਲਓ, ਚੰਗੀ ਤਰ੍ਹਾਂ ਪਰਖ ਨਾ ਲਓ, ਦੇਖ ਨਾ ਲਓ, ਭੋਗ ਨਾ ਲਓ, ਅਤੇ ਭੋਗ ਕੇ ਜਾਣ ਲਓ ਵੀ ਅਸਾਰ ਹੈ ਸਭ ਕੁਛ ਇੱਥੇ। ਭੋਗ ਕੇ ਜਾਣ ਲਓ ਚੰਗੀ ਤਰ੍ਹਾਂ ਸੰਸਾਰ ਨੂੰ ਵੀ ਇੱਥੋਂ ਨਿਕਲਦਾ ਕੁਝ ਵੀ ਨਹੀਂ। ਬਿਲਕੁਲ ਅਸਾਰ ਹੈ, ਅਸਤ ਹੈ। ਅਤੇ ਜਿਹੜਾ ਜਾਣ ਲੈਂਦਾ ਹੈ ਨਾ ਉਹ ਫਿਰ ਸੰਸਾਰ ਤੋਂ ਬਾਹਰ ਹੁੰਦਾ ਹੈ। ਵੀ ਦੇਖ ਲਿਆ, ਪਰਖ ਲਿਆ, ਨਿਚੋੜ ਕੱਢ ਲਿਆ, ਜਿਵੇਂ ਕਹਿੰਦੇ ਨਾ ਨਿਚੋੜ ਕੱਢਿਆ, ਕੱਢ ਲਿਆ, ਕੁਛ ਵੀ ਨਹੀਂ ਨਿਕਲਿਆ। ਇਵੇਂ ਹੀ ਫਿਰ ਦੂਸਰਾ ਕਦਮ ਹੈ ਧਰਮ। ਧਰਮ ਨੂੰ ਵੀ ਜਿੰਨਾ ਚਿਰ ਕੋਈ ਚੰਗੀ ਤਰ੍ਹਾਂ ਜਾਣ ਨਹੀਂ ਨਾ ਲੈਂਦਾ ਹੈ, ਤੇ ਜਾਣੇਗਾ ਕੌਣ? ਜਿਹੜਾ ਗੁਜ਼ਰੇਗਾ ਧਾਰਮਿਕ ਕਰਮਾਂ ਦੇ ਵਿੱਚ ਦੀ, ਜਿਵੇਂ ਇਹ ਦਰਸ਼ਨ ਸਿੰਘ ਜੀ ਗੁਜ਼ਰੇ ਹਨ। ਇਹਨਾਂ ਨੇ ਸਭ ਕੁਝ ਕਰਕੇ ਦੇਖਿਆ, ਪਾਠ ਵੀ ਕੀਤਾ, ਕੀਰਤਨ ਵੀ ਕੀਤਾ ਰਾਤ ਰਾਤ ਭਰ। ਡੇਰਿਆਂ 'ਚ ਵੀ ਰਹੇ, ਰਹਿਤ ਮਰਿਆਦਾ ਵਾਲਿਆਂ ਦੇ ਨਾਲ ਰਹੇ ਹੋਣਗੇ। ਪਤਾ ਲੱਗਾ ਹੋਊਗਾ ਵੀ ਇਹਨਾਂ ਕੋਲ ਤਾਂ ਕੁਝ ਵੀ ਨਹੀਂ। ਤੁਸੀਂ ਨਾਲ ਰਹਿ ਕੇ ਦੇਖੋ ਨਾ ਤਾਂ ਤੁਹਾਨੂੰ ਪਤਾ ਲੱਗਦਾ ਜਿਹੜੇ ਰਹਿਤ ਮਰਿਆਦਾ ਵਾਲੇ ਹਨ ਨਾ ਉਹ ਬਾਹਰੋਂ ਹੀ ਦਿਖਾਉਂਦੇ ਹਨ ਰਹਿਤ ਮਰਿਆਦਾ। ਅੰਦਰੋਂ ਉਹਨਾਂ ਦਾ ਮਨ ਥੋੜ੍ਹੀ ਰਹਿਤ ਦੇ ਵਿੱਚ ਹੈ, ਅਤੇ ਰੱਖਣਾ ਹੈ ਅਤੇ ਮਨ ਨੂੰ ਰੱਖਣਾ ਹੈ ਨਾ ਰਹਿਤ ਦੇ ਵਿੱਚ। ਮਨ ਰਹਿਤ ਦੇ ਵਿੱਚ ਥੋੜ੍ਹੀ ਹੈ, ਬਾਹਰੋਂ ਰਹਿਤ ਦੇ ਵਿੱਚ ਹਨ। ਕਕਾਰ ਪਾਏ ਹੋਏ ਹਨ, ਬਾਣੀਆਂ ਪੜ੍ਹਦੇ ਹਨ, ਧਾਰਮਿਕ ਪਹਿਰਾਵਾ ਹੈ, ਅਤੇ ਮਨ ਅੰਦਰੋਂ ਅਸ਼ਾਂਤ ਹੈ। ਫਿਰ ਜਦੋਂ ਆਦਮੀ ਇਹ ਧਾਰਮਿਕ ਕਰਮ ਕਰ ਲੈਂਦਾ ਹੈ, ਜਿਵੇਂ ਇਹਨਾਂ ਨੇ ਕਿਹਾ ਹੈ, ਪਾਠ ਕੀਤੇ, ਬਹੁਤ ਬਾਣੀ ਪੜ੍ਹੀ ਹੋਊ, ਦੇਖਿਆ ਹੋਵੇਗਾ ਤਾਂ ਮਨ 'ਤੇ ਸ਼ਾਂਤ ਹੋਇਆ ਹੈ। ਫਿਰ ਕਿਸੇ ਨੇ ਕਿਹਾ ਹੋਊਗਾ ਕਲਯੁਗ ਮੇਂ ਕੀਰਤਨ ਪ੍ਰਧਾਨ। ਕਈ ਦੱਸਣ ਵਾਲੇ ਵੀ ਦੱਸਦੇ ਹਨ ਨਾ। ਤੇ ਕੀਰਤਨ ਤੇ ਪ੍ਰਧਾਨ ਹੈ, ਪਰ ਜਿਹੜਾ ਇਹ ਦੱਸਦੇ ਉਹ ਪ੍ਰਧਾਨ ਨਹੀਂ ਹੈ ਨਾ, ਇਹ ਤੇ ਬਾਹਰੋਂ ਹੁੰਦਾ। ਪ੍ਰਧਾਨ ਉਹ ਹੈ ਗੁਰਮੁਖ ਜਪੀਏ ਲਾਏ ਧਿਆਨ, ਜਿਹਦੇ ਵਿੱਚ ਧਿਆਨ ਹੋਵੇ, ਉਹ ਹੁੰਦਾ। ਅਤੇ ਇਹਨਾਂ ਨੇ ਕੀਰਤਨ ਵੀ ਕੀਤਾ ਹੋਵੇਗਾ ਖੂਬ, ਫਿਰ ਵੀ ਮਨ ਸ਼ਾਂਤ ਨਹੀਂ ਹੋਏਗਾ। ਧਾਰਮਿਕ ਲੋਕਾਂ ਦੀ ਸੰਗਤ ਬਹੁਤ ਕੀਤੀ ਹੋਵੇਗੀ, ਤਾਂ ਹੀ ਦੱਸ ਰਹੇ ਹਨ। ਅਤੇ ਧਾਰਮਿਕ ਲੋਕਾਂ ਦੇ ਕੋਲ ਰਹਿ ਕੇ ਪਤਾ ਲੱਗਾ ਹੋਵੇਗਾ ਨਾ ਵੀ ਇਹ ਵੀ ਅਸ਼ਾਂਤੀ ਹੈ। ਤਦੇ ਉਹ ਧਰਮ ਛੁੱਟਾ ਨਾ, ਖਿਆਲ ਵਿੱਚ ਰੱਖੋ। ਉਹ ਹੀ ਧਰਮ ਛੁੱਟੇਗਾ ਜਿਹਦੇ ਵਿੱਚੋਂ ਤੁਹਾਨੂੰ ਉਹ ਧਾਰਮਿਕਤਾ ਦੀ ਸੁਗੰਧ ਨਹੀਂ ਮਿਲੇਗੀ। ਸੁਗੰਧ ਹੈ ਧਿਆਨ, ਉਹ ਛੁੱਟੇਗਾ ਹੈ। ਪਰ ਖਿਆਲ ਵਿੱਚ ਰੱਖਣ ਯੋਗ ਇਹ ਹੈ ਵੀ ਸਾਰਿਆਂ ਦਾ ਨਹੀਂ ਛੁੱਟੇਗਾ। ਜਿਹੜੇ ਸੰਸਾਰ ਵਾਸਤੇ ਧਾਰਮਿਕ ਹੋਏ ਹਨ ਉਹਨਾਂ ਦਾ ਤਾਂ ਚੱਲਦਾ ਰਹੇਗਾ, ਕਿਉਂਕਿ ਉਹ ਬਾਹਰੋਂ ਸੰਸਾਰ ਵਾਸਤੇ ਧਾਰਮਿਕ ਹੋ ਗਏ, ਪਾਠ ਪੂਜਾ ਕਰਦੇ ਹਨ, ਚੰਗਾ ਕਾਰੋਬਾਰ ਚੱਲੇ,
ਸੁਖ ਸ਼ਾਂਤੀ ਬਣੀ ਰਵੇ। ਤੇ ਜਿਹੜਾ ਬਾਹਰੋਂ ਹੁੰਦਾ ਹੈ ਧਾਰਮਿਕ, ਸੰਸਾਰਿਕ ਚਾਹਤ ਕਰਕੇ, ਇੱਛਾ ਕਰਕੇ, ਕੁਛ ਪਾਉਣ ਕਰਕੇ ਠੀਕ ਠਾਕ ਜੀਂਦਾ ਰਵਾਂ ਸੁਖਪੂਰਵਕ, ਕਈ ਇਉਂ ਸੋਚਦੇ, ਤੋ ਤੇ ਬਣਿਆ ਰਵੇਗਾ ਧਾਰਮਿਕ। ਪਰ ਜਿਹਦੀ ਵਾਸਤਵਿਕ ਖੋਜ ਹੋਈ, ਪਿਆਸ ਹੋਈ ਅੰਦਰੋਂ, ਉਹ ਨਹੀਂ ਬਣਿਆ ਰਵੇਗਾ। ਕਿਉਂਕਿ ਉਹ ਦੇਖੇਗਾ ਵੀ ਮੈਂ ਧਾਰਮਿਕ ਕਰਮ ਸਾਰੇ ਕਰੀ ਜਾਂਦਾ ਹਾਂ, ਜੋ ਕਿਹਾ ਹੈ ਉਹ ਸਾਰਾ ਹੀ ਧਾਰਮਿਕ ਕਰਮ ਨਿਭਾ ਰਿਹਾ ਹਾਂ, ਫਿਰ ਵੀ ਅੰਦਰ ਉਹੋ ਹੀ ਬੇਚੈਨੀ ਹੈ, ਉਹੋ ਹੀ ਚਾਹਤਾਂ ਹਨ, ਉੱਦਾਂ ਹੀ ਮਨ ਅਸ਼ਾਂਤ ਹੈ। ਹੋਣਾ ਤਾਂ ਅੰਦਰ ਨੂੰ ਚਾਹੀਦਾ ਸੀ। ਉਪਦੇਸ਼ ਜਿਹੜਾ ਦਿੱਤਾ ਹੈ ਸਾਰਾ ਅੰਦਰ ਦਾ ਹੀ ਹੈ ਨਾ, ਬਾਹਰ ਦਾ ਥੋੜ੍ਹੀ। ਲੋਕ ਬਾਹਰੋਂ ਫੜ ਲੈਂਦੇ ਹਨ ਨਾ ਗੁਰੂ ਨੂੰ। ਇਹ ਜਿਹੜੇ ਧਾਰਮਿਕ ਲੋਕ ਹਨ ਨਾ, ਬਾਹਰ ਦਿਖਾਈ ਦਿੰਦੇ ਹਨ, ਸਿੱਖ ਧਰਮ 'ਚ ਹਨ, ਹਿੰਦੂ ਧਰਮ 'ਚ ਹਨ, ਇਹ ਬਾਹਰੋਂ ਧਾਰਮਿਕ ਹੋ ਗਏ ਹਨ, ਬਾਹਰੋਂ ਉਹ ਗੁਰੂ ਵਾਲੇ ਹੋ ਗਏ ਹਨ। ਜੈਸਾ ਗੁਰੂ ਦਿਖਾਈ ਦਿੰਦਾ ਸੀ, ਤਸਵੀਰਾਂ ਬਣਾ ਲਈਆਂ ਉਹਨਾਂ ਨੇ, ਅਤੇ ਵੈਸੇ ਹੀ ਉਹ ਆਪ ਵੀ ਦਿਖਾਉਣਾ ਚਾਹੁੰਦੇ ਹਨ, ਅਤੇ ਵੈਸਾ ਪਹਿਰਾਵਾ ਪਾ ਲਿਆ, ਅਤੇ ਬਾਹਰੋਂ ਗੁਰੂ ਵਾਲੇ ਹੋ ਗਏ। ਹੁਣ ਬਾਹਰੋਂ ਗੁਰੂ ਵਾਲੇ ਹੋ ਗਏ, ਅਤੇ ਫਿਰ ਉਹ ਬਾਹਰੋਂ ਹੀ ਹੋਏ ਨਾ। ਬਾਹਰੋਂ ਗੁਰੂ ਦੀ ਤਸਵੀਰ ਵਰਗੇ ਹੋ ਗਏ, ਹੋਣਾ ਸੀ ਗੁਰੂ ਦੀ ਆਤਮਾ ਵਰਗੇ ਹੋ ਗਏ, ਬਾਹਰੋਂ ਗੁਰੂ ਦੀ ਤਸਵੀਰ ਵਰਗੇ। ਜੈਸਾ ਤਸਵੀਰ 'ਚ ਗੁਰੂ ਦਿਖਾਈ ਦੇ ਰਹੇ ਹਨ ਵੈਸੇ ਹੋ ਗਏ, ਤੋ ਬਾਹਰੋਂ ਹੋ ਗਏ ਕੱਪੜੇ ਪਾ। ਅਤੇ ਜਿਹੜਾ ਅੰਦਰੋਂ ਹੁੰਦਾ ਹੈ ਨਾ, ਅੰਦਰੋਂ ਕੌਣ ਹੁੰਦਾ ਹੈ? ਜਿਹੜਾ ਅੰਦਰੋਂ ਜੁੜਦਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲਨੀ ਹੀ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਜਿਹਦੇ ਹਿਰਦੇ ਦੇ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ, ਉਹ ਹੈ ਗੁਰੂ ਵਾਲਾ। ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਜਿਹੜਾ ਭੁੱਲਦਾ ਨਹੀਂ, ਅਤੇ ਗੁਰੂ ਦੇ ਉਪਦੇਸ਼ ਨੂੰ ਕੋਈ ਖੋਹ ਵੀ ਨਹੀਂ ਸਕਦਾ ਹੈ। ਕਹਿੰਦੇ ਹਨ ਨਾ ਲੁੱਟੇ ਜਾ ਸਕਦੇ, ਨਾ ਖੋਏ ਜਾ ਸਕਦੇ। ਕਿਉਂ ਉਪਦੇਸ਼ ਨੂੰ ਕਿਵੇਂ ਖੋਹੋਗੇ? ਅਤੇ ਸਦਾ ਵਾਸਤੇ ਨਾਲ ਵਸਦਾ। ਅਤੇ ਬਾਹਰੋਂ ਜਿਹੜੇ ਧਾਰਮਿਕ ਹੋ ਗਏ, ਗੁਰੂ ਵਾਲੇ ਹੋ ਗਏ, ਗੁਰੂ ਜੈਸੇ ਹੋ ਗਏ, ਗੁਰੂ ਦੀ ਤਸਵੀਰ ਵਰਗੇ ਹੋ ਗਏ, ਉਹ ਤਾਂ ਬਾਹਰੋਂ ਹੋ ਗਏ, ਤੋਂ ਬਾਹਰ ਹੀ ਜੁੜੇ ਰਹਿੰਦੇ ਹਨ। ਫਿਰ ਜਿਹੜੇ ਬਾਹਰ ਜੁੜੇ ਹੋਏ ਹਨ ਨਾ, ਇਹ ਵੈਸਾ ਹੀ ਦੂਸਰਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਅਗਰ ਕੋਈ ਬਾਹਰੋਂ ਵੈਸਾ ਨਾ ਕਰੇ ਜੈਸਾ ਇਹ ਕਰ ਰਹੇ ਹਨ, ਪਾਠ ਪੂਜਾ, ਤਾਂ ਉਹਦੇ ਵੀ ਖਿਲਾਫ ਹੋ ਜਾਂਦੇ ਹਨ, ਜ਼ਬਰਦਸਤੀ ਕਰਾਉਂਦੇ ਹਨ, ਬਾਹਰ ਨਹੀਂ ਜਾਣ ਦਿੰਦੇ ਹਨ। ਦੇਖੋ ਧਾਰਮਿਕ ਲੋਕਾਂ ਦਾ ਵੀ ਬੜਾ ਮੋਹ ਹੁੰਦਾ ਹੈ। ਜਿਹੜੀ ਕੋਈ ਪਰੰਪਰਾ 'ਚ ਰਹਿੰਦਾ ਹੈ ਨਾ, ਸੰਪਰਦਾਇ 'ਚ ਰਹਿੰਦਾ, ਉਹ ਸੰਪਰਦਾਇ ਦੇ ਲੋਕ ਬਾਹਰ ਨਹੀਂ ਜਾਣ ਦਿੰਦੇ ਹਨ ਕਿਸੇ ਨੂੰ, ਬੜਾ ਘੇਰਦੇ ਹਨ, ਘੇਰ ਘੇਰ ਕੇ ਲਿਆਉਂਦੇ ਆ ਕਿ ਸਾਡੇ ਤੋਂ ਬਾਹਰ ਕਿੱਧਰ ਚੱਲੇ। ਉੱਦਾਂ ਹੀ ਮੋਹ, ਉਹੋ ਹੀ ਲਗਾਵ। ਪਰ ਵਾਸਤਵਿਕ ਜਿਹੜਾ ਹੈ ਨਾ, ਉਹ ਨਿਕਲ ਆਉਂਦਾ ਹੈ ਪਰੰਪਰਾ 'ਚੋਂ ਬਾਹਰ। ਜਿਹੜਾ ਵਾਸਤਵਿਕ ਖੋਜੀ ਹੈ, ਜਿਹਨੂੰ ਅੰਦਰ ਦੀ ਪਿਆਸ ਹੈ, ਜਿਹਨੂੰ ਅੰਦਰ ਦੀ ਤੜਪ ਹੈ, ਉਹ ਜਾਣ ਲੈਂਦਾ ਹੈ ਸਭ ਵਿਅਰਥ ਹੈ।
ਜਿਵੇਂ ਇੱਕ ਮਾਈ ਆਣ ਕੇ ਇੱਥੇ ਕਹਿੰਦੀ ਸੀ ਵੀ ਮੈਨੂੰ ਜਦੋਂ ਪਿਆਸ ਜਾਗੀ ਪਰਮਾਤਮਾ ਦੀ, ਅਤੇ ਮੈਂ ਘਰਦਿਆਂ ਨੂੰ ਕਿਹਾ ਵੀ ਮੈਨੂੰ ਕਿਸੇ ਸੰਤ ਮਹਾਂਪੁਰਸ਼ ਨੂੰ ਮਿਲਾਓ। ਕਹਿੰਦੀ ਬਹੁਤਿਆਂ ਕੋਲ ਲੈ ਕੇ ਗਏ, ਬਹੁਤ ਉੱਚ ਕੋਟि ਦੇ ਸੰਤ ਮਹਾਤਮਾ ਕੋਲ ਵੀ, ਧਾਰਮਿਕ ਲੋਕਾਂ ਕੋਲ, ਪ੍ਰਚਾਰਕਾਂ ਕੋਲ। ਕਹਿੰਦੀ ਕਿਸੇ ਕੋਲ ਮੇਰੀ ਤ੍ਰਿਪਤੀ ਨਾ ਹੋਈ। ਦਿਲ ਹੀ ਨਾ ਕਰੇ ਬੈਠਣ ਦੇ, ਵੀ ਬਾਹਰ ਦੀਆਂ ਗੱਲਾਂ ਕਰੀ ਜਾਂਦੇ ਬਾਹਰ ਮੁਖੀ ਲੋਕ। ਕਹਿੰਦੀ ਇੱਕ ਦਿਨ ਬੈਠੀ ਬੈਠੇ ਹੀ ਪਹਿਲ TV 'ਤੇ ਤੁਹਾਡੀ ਰਿਕਾਰਡਿੰਗ ਸੁਣੀ। ਬਾਹਰ ਸੁਣਦਿਆਂ ਸਾਰੇ ਹੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਤਾਂ ਮਿਲਣ ਜਾਣਾ। ਜਿਨ੍ਹਾਂ ਦੀ ਖੋਜ ਸੀ ਉਹ ਮਿਲ ਗਏ।